ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਸਤਵਾਂ ਅਵਤਾਰ ਨਰਸਿੰਘ ਅਵਤਾਰ। ਪਾਦਰੀ ਛੰਦ। ਇਹ ਪਾਤ ਕੀਓ ਦੇਵਰਾਜ ਰਾਜ। ਇਸ ਤਰ੍ਹਾਂ ਦੇਵਰਾਜ ਇੰਦਰ ਨੇ ਰਾਜ ਕੀਤਾ। ਭੰਡਾਰ ਭਰੇ ਸੁਭ ਸਰਬ ਸਾਜ ਅਤੇ ਸਭ ਪ੍ਰਕਾਰ ਦੇ ਸਾਜ਼ੋ ਸਮਾਨ ਨਾਲ ਸ਼ੁਭ ਭੰਡਾਰ ਭਰ ਲਏ। ਜਬ ਦੇਵਤਾਨ ਬੜਿਓ ਗਰੂਰ। ਜਦੋਂ ਦੇਵਤਿਆਂ ਦਾ ਅਹੰਕਾਰ ਵੱਧ ਗਿਆ, ਬਲਵੰਤ ਦੈਤ ਉਠੇ ਕਰੂਰ। ਤਦੋਂ ਉਹਨਾਂ ਦਾ ਅਹੰਕਾਰ ਤੋੜਨ ਲਈ ਕਠੋਰ ਅਤੇ ਬਲਸ਼ਾਲੀ ਦੈਂਤ ਉੱਠ ਖੜੋਤਾ। ਲੈਨੋ ਛਿਨਾਏ ਦਿਵਰਾਜ ਰਾਜ। ਉਸਨੇ ਇੰਦਰ ਦਾ ਰਾਜ ਖੋਹ ਲਿਆ। ਬਾਜਿੱਤਰ ਨੇਕ ਉਠੇ ਸੁਬਾਜ ਅਤੇ ਅਨੇਕ ਵਾਜੇ ਵੱਜ ਉਠੇ। ਇਹ ਪਾਤ ਜਗਤ ਦੋਹੀ ਫਿਰਾਈ। ਇਸ ਤਰ੍ਹਾਂ ਉਸਨੇ ਜਗਤ ਵਿੱਚ ਦੁਹਾਈ ਫਿਰਾ ਦਿੱਤੀ। ਜਲਨ ਬਾ ਥਲਯਨ ਹਿਰਿਨਾਚ ਰਾਏ। ਕਿ ਜਲ ਅਤੇ ਥਲ ਦਾ ਰਾਜਾ ਹਿਰਣਕਸ਼ਪ ਹੈ। ਇੱਕ ਦਯੋਸ ਗਇਓ ਨਿਜ ਨਾਰ ਤੀਰ। ਇੱਕ ਦਿਨ ਹਿਰਣਕਸ਼ਪ ਆਪਣੀ ਇਸਤਰੀ ਦੇ ਕੋਲ ਗਿਆ। ਸਜ ਸੁਧ ਸਾਜ ਨਿਜ ਅੰਗ ਬੀਰ। ਉਸ ਵੇਲੇ ਉਸ ਸੂਰਮੇ ਨੇ ਆਪਣੇ ਅੰਗਾਂ 'ਤੇ ਚੰਗੀ ਤਰ੍ਹਾਂ ਨਾਲ ਸਾਜ ਸਜਾਵਟ ਕੀਤੀ ਹੋਈ ਸੀ। ਕਹਿ ਪਾਤ ਸਵਤ੍ਰਯ ਮੋਹ ਪਇਓ ਨਿਰੂਕਤ। ਉਹ ਕਿਸੇ ਤਰ੍ਹਾਂ ਇਸਤਰੀ ਨਾਲ ਪ੍ਰੇਮ ਕੀੜਾ ਵਿੱਚ ਲੱਗ ਗਿਆ। ਤਬ ਪਇਓ ਦੁਸ਼ਟ ਕੋ ਬੀਰਜ ਮੁਕਤ। ਕਿ ਤਦੋਂ ਦੁਸ਼ਟ ਦਾ ਵਿਰਜਪਾਤ ਹੋ ਗਿਆ। ਪ੍ਰਹਲਾਦ ਭਗਤ ਲੀਨੋਵਤਾਰ। ਉਸਦੀ ਇਸਤਰੀ ਨੂੰ ਹੋਏ ਗਰਭ ਤੋਂ ਸਮਾਂ ਆਉਣ 'ਤੇ ਸਭ ਕਰਨ ਕਾਜ ਸੰਤਨ ਉਦਾਰ। ਸੰਤਾਂ ਦੇ ਕੰਮ ਸਾਰਨ ਅਤੇ ਉਦਾਰ ਕਰਨ ਲਈ ਪ੍ਰਹਲਾਦ ਭਗਤ ਨੇ ਅਵਤਾਰ ਲਿਆ। ਚਟਸਾਰ ਪੜਨ ਸੌਂਪਿਓ ਨਿਰਪਾਲ। ਰਾਜੇ ਨੇ ਪਾਠਸ਼ਾਲਾ ਵਿੱਚ ਪੜ੍ਹਨ ਲਈ ਪਾਧੇ ਨੂੰ ਸੌਂਪਿਆ। ਪਟਹਿ ਕਹਿਓ ਲਿਖ ਦੈ ਗੋਪਾਲ। ਪ੍ਰਹਲਾਦ ਨੇ ਪਾਧੇ ਨੂੰ ਕਿਹਾ, ਪਾਧੇ ਮੀਨਸ ਟੀਚਰ ਨੂੰ ਕਿਹਾ ਕਿ ਮੇਰੀ ਪੱਟੀ ਉੱਤੇ ਗੋਪਾਲ ਦਾ ਨਾਂ ਲਿਖ ਦਿਓ। ਤੋਟਕ ਛੰਦ। ਇੱਕ ਦਿਵਸ ਗਇਓ ਚਟਸਾਰ ਨਿਰਪਨਨ। ਇੱਕ ਦਿਨ ਰਾਜਾ ਪਾਠਸ਼ਾਲਾ ਵਿੱਚ ਗਿਆ। ਚਿਤ ਚੋਕ ਰਹਿਓ ਸੁਭ ਦੇਖ ਸੁਤਨ। ਅਤੇ ਪੁੱਤਰ ਨੂੰ ਠੀਕ ਠਾਕ ਵੇਖ ਕੇ ਚਿੱਤ ਵਿੱਚ ਹੈਰਾਨ ਹੋਇਆ। ਜੋ ਪੜ੍ਹਿਓ ਦਿਜ ਤੇ ਸੁਣ ਤਾਹ ਰੜੋ। ਉਸਨੇ ਕਿਹਾ, ਸੁਣ, ਜੋ ਤੂੰ ਬ੍ਰਾਹਮਣ ਤੋਂ ਪੜ੍ਹਿਆ ਹੈ ਉਹ ਸੁਣਾ। ਨਿਰਭੈ ਸਿਸ ਨਾਮ ਗੋਪਾਲ ਪੜ੍ਹੋ। ਬੱਚੇ ਨੇ ਨਿਰਭੈ ਹੋ ਕੇ ਗੋਪਾਲ ਦਾ ਨਾਮ ਪੜ੍ਹਿਆ। ਸੁਨ ਨਾਮ ਗੋਪਾਲ ਰਿਸਰਿਓ ਅਸੁਰਨ। ਗੋਪਾਲ ਦਾ ਨਾਂ ਸੁਣ ਕੇ ਦੈਂਤ ਨੂੰ ਕ੍ਰੋਧ ਆ ਗਿਆ। ਬਿਨ ਮੋਹਨ ਸੁ ਕੌਣ ਭਜੋ ਦੂਸਰਨ। ਮੇਰੇ ਤੋਂ ਬਿਨਾਂ ਹੋਰ ਕੌਣ ਹੈ ਜਿਸਨੂੰ ਤੂੰ ਜਪਦਾ ਹੈ। ਜੀਅ ਮਾਹ ਤਰੋ ਸਿਸ ਯਾਹ ਹਨੋ। ਹਿਰਣਯਕਸ਼ਪ ਨੇ ਮਨ ਵਿੱਚ ਪੱਕੀ ਕਰ ਲਈ ਕਿ ਇਸ ਬੱਚੇ ਨੂੰ ਮਾਰ ਦੇਣਾ ਹੈ। ਜੜ ਕਿਉਂ ਭਗਵਾਨ ਕੋ ਨਾਮ ਪਨੋ। ਹੇ ਮੂਰਖ, ਤੂੰ ਭਗਵਾਨ ਦਾ ਨਾਂ ਕਿਉਂ ਜਪਦਾ ਹੈ। ਜਲ ਔਰ ਥਲਨ ਇੱਕ ਬੀਰ ਮਨਨ। ਜਲ ਅਤੇ ਥਲ ਵਿੱਚ ਇੱਕ ਮੈਂ ਹੀ ਸੂਰਵੀਰ ਹਾਂ। ਇਹ ਕਾਹ ਗੋਪਾਲ ਕੋ ਨਾਮ ਪਨਨ। ਇਹ ਕਿਸ ਲਈ ਗੋਪਾਲ ਦਾ ਨਾਂ ਜਪਦਾ ਹੈ। ਤਬ ਹੀ ਤਹਿ ਬਾਵਤਦ ਤਮ ਪਏ। ਤਦ ਹੀ ਇਸ ਨੂੰ ਤਮ ਨਾਲ ਬੰਨ੍ਹ ਦਿੱਤਾ।
ਸੁਨ ਸਰਵਨਨ ਦਾਨਵ ਬੈਨ ਤਏ। ਰਾਜੇ ਦੇ ਬੋਲ ਸੁਣਦਿਆਂ ਹੀ ਦੈਂਤ ਲੋਕ ਹੁਕਮ ਦੀ ਪਾਲਣਾ ਲਈ ਭੱਜ ਗਏ। ਗਹਿ ਮੋੜ ਚਲੇ ਸਿਸ ਮਾਰਨ ਕੋ। ਬੱਚੇ ਨੂੰ ਮਾਰਨ ਲਈ ਉਹ ਮੂਰਖ ਦੈਂਤ ਫੜ ਕੇ ਲੈ ਚਲੇ। ਨਿਕਸਰਿਓ ਬ ਗੋਪਾਲ ਉਬਾਰਨ ਕੋ। ਤਦੋਂ ਬੱਚੇ ਨੂੰ ਉਬਾਰਨ ਲਈ ਗੋਪਾਲ ਪ੍ਰਗਟ ਹੋ ਗਿਆ। ਚਕਚ ਉਦ ਰਹੇ ਜਨ ਦੇਖ ਸਭੈ। ਸਾਰੇ ਮਨੁੱਖ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। ਨਿਕਸਰਿਓ ਹਰ ਫਾਰ ਕਿਵਾੜ ਜਬੈ। ਜਦੋਂ ਹਰੀ ਨਰਸਿੰਘ ਕਿਵਾੜ ਫਾੜ ਕੇ ਨਿਕਲਿਆ। ਲਖ ਦੇਵ ਦੀਵਾਰ ਸਭੇ ਠਹਰੇ। ਨਰਸਿੰਘ ਨੂੰ ਵੇਖ ਕੇ ਸਾਰੇ ਦੇਵਤੇ ਅਵਲੋਕ ਚਰਾਚਰ ਹੋਂ ਹਿਰੇ। ਅਤੇ ਦੇਵਤੇ ਅਤੇ ਦੈਂਤ ਦੀਵਾਰ ਦੇਵ ਅਰ ਕੰਬਣ ਲੱਗ ਗਏ। ਜੜ ਅਤੇ ਚੇਤਨ ਵੇਖ ਕੇ ਹੈਰਾਨ ਹੋ ਗਏ। ਗਰਜੇ ਨਿਰਸੰਗ ਨਰਾਤ ਕਰਨ। ਨਰਾਂ ਦਾ ਅੰਤ ਕਰਨ ਵਾਲੇ ਨਰਸਿੰਘ ਨੇ ਗਰਜਨਾ ਕੀਤੀ। ਦ੍ਰਿਗਰਤ ਕੀਏ ਮੁਖ ਸ੍ਰੋਣ ਭਰਨ। ਅੱਖਾਂ ਲਾਲ ਕਰਕੇ ਅਤੇ ਮੂੰਹ ਲਹੂ ਨਾਲ ਭਰ ਕੇ। ਲਖ ਦਾਨਵ ਭਾਜ ਚਲੇ ਸਭ ਹੀ। ਜਦੋਂ ਨਰਸਿੰਘ ਰਣ ਵਿੱਚ ਗਰਜਿਆ। ਗਰਜਿਓ ਨਰਸਿੰਘ ਰਣਨ ਜਬ ਹੀ। ਤਦੋਂ ਉਸ ਨੂੰ ਵੇਖ ਕੇ ਸਾਰੇ ਦੈਂਤ ਭੱਜ ਗਏ। ਇੱਕ ਭੂਪਤ ਢਾਢ ਰਹਿਓ ਰਣ ਮੈਂ। ਇੱਕ ਰਾਜਾ ਹਿਰਣਿਕਸ਼ਪ ਹੀ। ਗਹਿ ਹਾਥ ਗਦਾ ਨਿਰਭੈ ਮਨ ਮੈਂ। ਹੱਥ ਵਿੱਚ ਗਦਾ ਲੈ ਕੇ ਨਿਡਰ ਮਨ ਨਾਲ ਰਣਭੂਮੀ ਵਿੱਚ ਡਟਿਆ ਰਿਹਾ। ਲਰਜੇ ਸਭ ਸੂਰ ਨਿਰਪਨ ਗਰਜੇ। ਜਦੋਂ ਰਾਜੇ ਹਿਰਣਿਕਸ਼ਪ ਨੇ ਲਲਕਾਰਾ ਮਾਰਿਆ। ਸਮੂਹਾਤ ਭਏ ਪਟ ਕੇ ਹਰ ਕੇ। ਤਾਂ ਸਾਰੇ ਸੂਰਮੇ ਕੰਬਣ ਲੱਗ ਗਏ ਅਤੇ ਨਰਸਿੰਘ ਦੇ ਸਾਹਮਣੇ ਹੋਏ। ਜੋ ਗਏ ਸਮੂਹੇ ਛਿਤ ਤੈ ਪਟ ਕੇ। ਜੋ ਵੀ ਜੰਗ ਕਰਨ ਲਈ ਸਾਹਮਣੇ ਆਏ। ਰਣ ਪੈ ਰਣਤੀਰ ਬਟਾ ਨਟ ਕੇ। ਉਹ ਨਟ ਦੇ ਵੱਟੇ ਵਾਂਗ ਧਰਤੀ ਉੱਤੇ ਪਟਕੇ ਗਏ। ਬਬਕੇ ਰਣਤੀਰ ਸੂਬੀਰ ਕਣੇ। ਬਹੁਤੇ ਜੰਗਜੂ ਸੂਰਵੀਰ ਲਲਕਾਰਦੇ ਸਨ। ਰਹੀ ਕੇ ਮਨੋ ਕਿੰਸੰਕ ਸ੍ਰੋਣ ਸਣੇ। ਅਤੇ ਲਹੂ ਦੇ ਭਿੱਜੇ ਇੰਜ ਖੜੋਤੇ ਪ੍ਰਤੀਤ ਹੋ ਰਹੇ ਸਨ ਮਾਨੋ ਕੇਸੂ ਦੇ ਫੁੱਲ ਹੋਣ। ਉਮਗੇ ਚਹੂੰ ਉਰਨ ਤੇ ਰਿਪਿਉਂ। ਚੌਹਾਂ ਪਾਸਿਆਂ ਤੋਂ ਵੈਰੀ ਇੰਜ ਉਲਰੇ। ਬਰਸਾਤ ਬਹਾਰਨ ਅਪਰਨ ਜਿਉਂ। ਜਿਵੇਂ ਵਰਖਾ ਦੀ ਰੁੱਤ ਵਿੱਚ ਬੱਦਲ ਘਿਰਦੇ ਹਨ। ਬਰਖੇ ਸਰ ਸੁਧ ਸਿਲਾ ਸਿਤੀਅਨ। ਦਸਾਂ ਦਿਸ਼ਾਵਾਂ ਤੋਂ ਯੋਧੇ ਉਮੜੇ ਆ ਰਹੇ ਸਨ ਅਤੇ ਸ਼ਿਲਾ ਉੱਤੇ ਰਗੜ ਕੇ। ਉਮੜੇ ਬਰ ਬੀਰ ਦਸੋ ਦਿਸੀਅਨ। ਸਫੈਦ ਕੀਤੇ ਤੀਰਾਂ ਦੀ ਵਰਖਾ ਕਰ ਰਹੇ ਸਨ। ਚਮਕੰਤ ਕਿਰਪਾਣ ਸੁਬਾਣ ਜੁਦਨ। ਯੁੱਧ ਵਿੱਚ ਤੀਰ ਅਤੇ ਤਲਵਾਰਾਂ ਚਮਕਦੀਆਂ ਸਨ। ਫਹਰੰਤ ਤੁਜਾ ਜਨ ਬੀਰ ਕ੍ਰੁਧਨ। ਝੂਲਦੇ ਹੋਏ ਝੰਡੇ ਇੰਜ ਪ੍ਰਤੀਤ ਹੋ ਰਹੇ ਸਨ ਮਾਨੋ ਯੁੱਧ ਵੀਰ ਕ੍ਰੋਧ ਨਾਲ ਝੂਲ ਰਹੇ ਹੋਣ। ਹਯਰੰਤ ਹਠੀ ਬਰਖੰਤ ਸਰਨ। ਹਠੀ ਸੂਰਮੇ ਹਕਾਰਦੇ ਸਨ ਅਤੇ ਤੀਰਾਂ ਦੀ ਵਰਖਾ ਕਰਦੇ ਸਨ। ਜਨ ਸਾਵਨ ਮੇਘ ਬੁੱਢਿਓ ਦੁਸਰਨ। ਮਾਨੋ ਸਾਵਣ ਮਹੀਨੇ ਵਿੱਚ ਦੋਹਾਂ ਪਾਸੇ ਮੀਂਹ ਪੈ ਰਿਹਾ ਹੋਵੇ। ਫਰਹੰਤ ਤੁਜਾ ਹਹਰੰਤ ਹਯਨ। ਝੰਡੇ ਝੂਲਦੇ ਸਨ, ਘੋੜੇ ਹਿਣਕਦੇ ਸਨ। ਇਸ ਭਿਆਨਕ ਦ੍ਰਿਸ਼ ਨੂੰ ਵੇਖ ਕੇ ਉਪਜਿਓ ਜੀ ਦਾਨਵ ਰਾਈ ਭਯਨ। ਦੈਂਤ ਰਾਜੇ ਦੇ ਮਨ ਵਿੱਚ ਭੈ ਪੈਦਾ ਹੋ ਗਿਆ। ਹਿਯਨਾਤ ਹਯਨ ਗਰਜੰਤ ਗਜਨ। ਘੋੜੇ ਹਿਣਕਦੇ ਸਨ, ਹਾਥੀ ਚਿੰਗਾੜਦੇ ਸਨ। ਭਟ ਬਾਹ ਕਟੀ
ਜਨੁ ਇੰਦਰ ਤੁਜਨ। ਯੋਧਿਆਂ ਦੀਆਂ ਕਟੀਆਂ ਬਾਹਾਂ ਇੰਜ ਪ੍ਰਤੀਤ ਹੋ ਰਹੀਆਂ ਸਨ ਮਾਨੋ ਇੰਦਰ ਦੀ ਤੁਜਾ ਹੋਵੇ। ਤਰੁਫੰਤ ਪਟਨ ਗਰਜਨ ਗਜਨ। ਸੂਰਮੇ ਤੜਪਦੇ ਸਨ, ਹਾਥੀ ਗਜਦੇ ਸਨ। ਸੁਣ ਕੇ ਤੁਨ ਸਾਵਣ ਮੇਘ ਲਜਨ। ਜਿਨ੍ਹਾਂ ਦੀ ਆਵਾਜ਼ ਸੁਣ ਕੇ ਸਾਵਣ ਦੇ ਬੱਦਲ ਸ਼ਰਮਿੰਦੇ ਹੁੰਦੇ ਸਨ। ਬਿਚਲਰਿਓ ਪਗ ਦੁਆਕ ਫਿਰਿਓ ਪੁਨ ਜਿਓ। ਹਿਰਨੇ ਕਸ਼ਯਪ ਵਿਚਲਿਤ ਹੋ ਕੇ 2 ਹੀ ਕਦਮ ਹਟਿਆ ਸੀ ਕਿ ਫਿਰ ਮੁੜਿਆ ਜਿਵੇਂ ਕਰ ਪੁੰਛ ਲਗੇ ਆਹ ਕ੍ਰੁਦਤ ਜਿਉ। ਖਿੱਚੇ ਹੋਏ ਸੱਪ ਦੀ ਪੁੱਛਲ ਨੂੰ ਹੱਥ ਲੱਗਿਆ ਉਹ ਫਿਰਦਾ ਹੈ। ਰਣ ਰੰਗ ਸਮੇਂ ਮੁਖਯੋ ਚਮਕਿਓ। ਯੁੱਧ ਵੇਲੇ ਉਸ ਦੇ ਮੂੰਹ ਦਾ ਰੰਗ ਇਸ ਤਰ੍ਹਾਂ ਚਮਕਿਆ। ਲਖ ਸੂਰ ਸਰਿਓ ਰਿਓ, ਲਖ ਸੂਰ ਸਰੋ ਰਹੋ ਸੋ ਦਮ ਕਰਿਓ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਲਿਸ਼ਕਦਾ ਹੈ। ਰਣ ਰੰਗ ਤੁਰੰਗਨ ਏਸ ਭਇਓ। ਰਣ ਭੂਮੀ ਵਿੱਚ ਘੋੜਿਆਂ ਨੂੰ ਅਜਿਹਾ ਹੁੱਲੜ ਮਚਾਇਆ। ਰਣ ਭੂਮੀ ਵਿੱਚ ਘੋੜਿਆਂ ਨੇ ਅਜਿਹਾ ਹੁੱਲੜ ਮਚਾਇਆ। ਸਿਵ ਧਿਆਨ ਛੁਟਰਿਓ ਬ੍ਰਹਮੰਡ ਗਿਰਿਓ। ਕਿ ਸ਼ਿਵ ਦਾ ਧਿਆਨ ਛੁੱਟ ਗਿਆ ਅਤੇ ਬ੍ਰਹਮੰਡ ਹਿੱਲ ਗਿਆ। ਸਰਸੇਲ ਸਿਲਾ ਸਿਤ ਐਸ ਭਏ। ਪੱਥਰ ਉੱਤੇ ਘਿਸਾ ਕੇ ਚਿੱਟੇ ਕੀਤੇ ਤੀਰ ਅਤੇ ਬਰਛੇ ਇੰਜ ਚੱਲ ਰਹੇ ਸਨ। ਨਭ ਔਰ ਤਰਾ ਦੋ ਪੂਰ ਰਹੇ ਕਿ ਜਿਨ੍ਹਾਂ ਨਾਲ ਧਰਤੀ ਅਤੇ ਆਕਾਸ਼ ਦੋਵਾਂ ਢਕੇ ਗਏ ਸਨ। ਗਣ ਗੰਧਰਬ ਦੇਖ ਦੋ ਹਰਖੇ। ਗਣਾਂ ਅਤੇ ਗੰਧਰਬ ਦੋਵਾਂ ਦੇਖ ਕੇ ਪ੍ਰਸੰਨ ਹੋ ਰਹੇ ਸਨ। ਪਹੁਪਾਵਲ ਦੇਵ ਸਭੇ ਬਰਖੇ। ਅਤੇ ਸਾਰੇ ਦੇਵਤੇ ਫੁੱਲਾਂ ਦੀਆਂ ਮਾਲਾਵਾਂ ਬਰਸਾ ਰਹੇ ਸਨ। ਮਿਲ ਗਏ ਪਟ ਆਪ ਬਿਖੇ ਦੋ ਯੋ। ਦੋਵਾਂ ਯੋਧੇ ਆਪਸ ਵਿੱਚ ਇਸ ਤਰ੍ਹਾਂ ਮਿਲ ਗਏ ਸਨ। ਸਿਸ ਖੇਲਤ ਰੈਣ ਹੁਡੁਹੁਡ ਜਿਓ। ਜਿਸ ਤਰ੍ਹਾਂ ਬਾਲਕ ਰਾਤ ਨੂੰ ਸ਼ਰਤਾਂ ਲਗਾ ਕੇ ਜ਼ਿੱਦ ਬਜ਼ਿੱਦੀ ਖੇਡਦੇ ਹਨ। ਬੇਲੀ ਪ੍ਰੰਦਰਮ ਛੰਦ। ਰਣ ਤੀਰ ਬੀਰ ਸੁ ਗਜਹੀ। ਤੀਰਜ ਵਾਲੇ ਸੂਰਮੇ ਰਣ ਵਿੱਚ ਗਜਦੇ ਸਨ। ਲਖ ਦੇਵ ਅਦੇਵ ਸੁ ਲਜਹੀ। ਜਿਨ੍ਹਾਂ ਨੂੰ ਵੇਖ ਕੇ ਦੈਂਤ ਅਤੇ ਦੇਵਤੇ ਸ਼ਰਮਿੰਦੇ ਹੋ ਰਹੇ ਸਨ। ਇੱਕ ਸੂਰ ਕਾਇਲ ਘੁੰਮਹੀ। ਕਈ ਇੱਕ ਕਾਇਲ ਸੂਰਮੇ ਘੁੰਮ ਰਹੇ ਸਨ ਇੰਜ ਪ੍ਰਤੀਤ ਹੁੰਦਾ ਸੀ। ਜਨ ਤੂਮ ਅਧੋਮੁਖ ਤੁਮਹੀ। ਮਾਨੋ ਧੂੰਆਂ ਸੇਵਨ ਕਰਨ ਵਾਲੇ ਮੁੱਦੇ ਮੂੰਹ ਧੂੰਆਂ ਪੀ ਰਹੇ ਹੋਣ। ਪਟ ਏਕ ਅਨੇਕ ਪ੍ਰਕਾਰ ਹੀ। ਅਨੇਕ ਪ੍ਰਕਾਰ ਦੇ ਸੂਰਵੀਰ ਸਨ। ਜੁਝੇ ਅਜੁਝ ਜੁਝਾਰ ਹੀ। ਨਾ ਮਾਰੇ ਜਾ ਸਕਣ ਵਾਲੇ ਵੀ ਜੂਝ ਕੇ ਵੀਰਗਤੀ ਪ੍ਰਾਪਤ ਕਰ ਰਹੇ ਸਨ। ਫਹਰੰਤ ਬੈਰਕ ਬਾਣੀਅਨ। ਝੰਡਿਆਂ ਅਤੇ ਤੀਰ ਫਰ ਫਰ ਕੇ ਕਰ ਰਹੇ ਸਨ। ਥਹਿਰੰਤ ਜੋਧ ਕਿਕਾਣੀਅਨ। ਅਤੇ ਘੋੜ ਸਵਾਰ ਯੋਧੇ ਫੁਰਤੀ ਨਾਲ ਥਰਕਦੇ ਫਿਰਦੇ ਸਨ। ਤੋਮਰ ਛੰਦ। ਹਿਰਣਾਤ ਕੋਟ ਕਿਕਾਨ। ਕਰੋੜਾਂ ਘੋੜੇ ਹਿਣਕਦੇ ਸਨ। ਬਰਖੰਤ ਸੇਲ ਜੁਆਨ। ਸੂਰਵੀਰ ਬਰਛਿਆਂ ਦਾ ਮੀਂਹ ਵਰਾਉਂਦੇ ਸਨ। ਛੁਟਕੰਤ ਸਾਇਕ ਸੁਧ। ਚੰਗੀ ਤਰ੍ਹਾਂ ਤੀਰ ਚੱਲ ਰਹੇ ਸਨ। ਮਚਿਓ ਅਨੂਪਮ ਯੁੱਧ। ਅਤੇ ਅਨੂਪਮ ਯੁੱਧ ਮਚਿਆ ਹੋਇਆ ਸੀ। ਪਟ ਏਕ ਅਨੇਕ ਪ੍ਰਕਾਰ। ਅਨੇਕ ਤਰ੍ਹਾਂ ਦੇ ਸੂਰਮੇ ਲੜਦੇ ਸਨ। ਜੂਝੇ ਅਨੰਤ ਸਵਾਰ। ਅਣਗਿਣਤ ਸਵਾਰ ਜੂਝਦੇ ਸਨ।
ਬਾਹੇ ਕਿਰਪਾਨ ਨਿਸੰਗ, ਨਿਡਰ ਹੋ ਕੇ ਸੈਨਿਕ ਤਲਵਾਰਾਂ ਚਲਾਉਂਦੇ ਸਨ। ਮਚਿਓ ਅਪੂਰਬ ਜੰਗ ਅਤੇ ਬੇਮਿਸਾਲ ਯੁੱਧ ਹੋ ਰਿਹਾ ਸੀ। ਦੋਦਕ ਛੰਦ। ਬਾਹ ਕਿਰਪਾਨ ਸੂ ਬਾਣ ਪਟ ਗਣ, ਸੂਰਵੀਰਾਂ ਦੇ ਦਲ ਤੀਰ ਤੇ ਤਲਵਾਰਾਂ ਚਲਾਉਂਦੇ ਸਨ। ਅੰਤ ਗਿਰੇ ਪੁਨ ਜੂਝ ਮਹਾਰਣ, ਅੰਤ ਵਿੱਚ ਉਸ ਵੱਡੀ ਜੰਗ ਵਿੱਚ ਜੂਝ ਕੇ ਡਿੱਗਦੇ ਸਨ। ਕਾਏ ਲਗੇ ਇਮ ਕਾਇਲ ਝੂਲੇ, ਜ਼ਖਮ ਲੱਗਣ ਨਾਲ ਕਾਇਲ ਇੰਜ ਝੂਲ ਰਹੇ ਸਨ। ਫਾਗੁਨ ਅੰਤ ਬਸੰਤ ਸੇ ਫੂਲੇ, ਜਿਵੇਂ ਫੱਗਣ ਮਹੀਨੇ ਦੇ ਅੰਤ ਵਿੱਚ ਬਸੰਤ ਫੁੱਲੀ ਹੋਈ ਝੂਲਦੀ ਹੁੰਦੀ ਹੈ। ਬਾਹ ਕਟੀ ਪਟ ਏਕਨ ਐਸੀ, ਇਕੰਨਾ ਯੋਧਿਆਂ ਦੀ ਕੱਟੀ ਹੋਈ ਬਾਹ ਇੰਜ ਲੱਗਦੀ ਸੀ। ਸੁੰਡ ਮਨੋ ਗਜ ਰਾਜਨ ਜੈਸੀ, ਮਾਨੋ ਗਜਰਾਜ ਦੀ ਸੁੰਡ ਡਿੱਗੀ ਹੋਵੇ। ਸੋਹਤ ਏਕ ਅਨੇਕ ਪ੍ਰਕਾਰਨ, ਇੱਕ ਸੂਰਮੇ ਅਨੇਕ ਤਰ੍ਹਾਂ ਨਾਲ ਸ਼ੁਭਾਇਮਾਨ ਸਨ। ਫੂਲ ਖਿਲੇ ਜਨ ਮਦ ਫੁਲਵਾਰਨ, ਮਾਨੋ ਫੁਲਵਾੜੀ ਵਿੱਚ ਫੁੱਲ ਖਿੜੇ ਹੋਣ। ਸ੍ਰੋਣ ਰੰਗੇ ਅਰ ਏਕ ਅਨੇਕਨ, ਕਈ ਇੱਕ ਵੈਰੀ ਲਹੂ ਨਾਲ ਇੰਜ ਰੰਗ ਰੰਗੇ ਹੋਏ ਸਨ। ਫੂਲ ਰਹੇ ਜਨ ਕਿਸੰਕ ਨੇਕਨ, ਮਾਨੋ ਕੇਸੂ ਦੇ ਅਨੇਕ ਫੁੱਲ ਖਿੜੇ ਹੋਣ। ਤਾਵਤ ਕਾਵ ਕਿਰਪਾਨ ਪ੍ਰਹਾਰਨ, ਕਿਰਪਾਨਾਂ ਦੇ ਵਾਰ ਨਾਲ ਜ਼ਖਮੀ ਹੋਏ ਇੱਧਰ ਉੱਧਰ ਭੱਜ ਰਹੇ ਸਨ। ਜਾਨ ਕੀ ਕੋਪ ਪ੍ਰਤੱਛ ਦਿਖਾਰਨ, ਮਾਨੋ ਕ੍ਰੋਧ ਪ੍ਰਤੱਖ ਹੋ ਕੇ ਦਿਖਾਈ ਦੇ ਰਿਹਾ ਹੋਵੇ। ਤੋਟਕ ਛੰਦ। ਜੂਝ ਗਿਰੇ ਅਰ ਏਕ ਅਨੇਕਨ, ਕਈ ਇੱਕ ਵੈਰੀ ਜੂਝ ਕੇ ਡਿੱਗ ਪਏ ਸਨ। ਕਾਏ ਲਗੇ ਬਿਸੰਭਾਰ ਬਿਸੇਖਨ, ਅਤੇ ਨਰਸਿੰਘ ਨੂੰ ਵੀ ਇਤਨੇ ਅਧਿਕ ਜ਼ਖਮ ਲੱਗੇ ਸਨ। ਕਾਟ ਗਿਰੇ ਪਟ ਏਕਹੀ ਵਾਰਨ, ਇੱਕੋ ਵਾਰ ਨਾਲ ਨਰਸਿੰਘ ਨੇ ਅਨੇਕ ਸੂਰਮੇ ਕੱਟ ਕੇ ਡਿਗਾ ਦਿੱਤੇ। ਸਾਬੁਨ ਜਾਨ ਗਈ ਬਹਿ ਤਾਰਨ, ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸਾਵਨ ਵਿੱਚ ਤਾਰ ਚਲ ਗਈ ਹੋਵੇ। ਸਾਬਨ ਵਿੱਚ ਤਾਰ ਚਲ ਗਈ ਹੋਵੇ। ਪੂਰ ਭਰੇ ਪਏ ਚੂਰ ਸਿਪਾਹੀ, ਸਿਪਾਹੀਆਂ ਦੇ ਪੂਰ ਚੂਰ ਚੂਰ ਹੋ ਕੇ ਡਿੱਗੇ ਪਏ ਸਨ। ਸੁਆਮੀ ਕੇ ਕਾਜ ਕੀ ਲਾਜ ਨਿਭਾਹੀ, ਜਿਨ੍ਹਾਂ ਨੇ ਸੁਆਮੀ ਦਾ ਕੰਮ ਕਰਕੇ ਲਾਜ ਪਾ ਲਈ ਸੀ। ਬਾਹ ਕਿਰਪਾਨਨ ਬਾਣ ਸੁਬੀਰਨ, ਕਈ ਇੱਕ ਸੂਰਮੇ ਕਿਰਪਾਨਾਂ ਅਤੇ ਤੀਰਾਂ ਨੂੰ ਚਲਾਉਂਦੇ ਸਨ। ਅੰਤ ਭਜੇ ਪਏ ਮਾਨ ਅਧੀਰਨ, ਪਰ ਅੰਤ ਵਿੱਚ ਭੈਭੀਤ ਅਤੇ ਅਧੀਰ ਹੋ ਕੇ ਭੱਜ ਜਾਂਦੇ ਸਨ। ਚੌਪਈ। ਤਿਆਗ ਚਲੇ ਰਣ ਕੋ ਸਭ ਬੀਰਾ, ਸਾਰੇ ਵੀਰ ਯੋਧੇ ਅਧੀਰ ਹੋ ਕੇ ਲਾਜ ਬਿਸਰ ਗਈ ਪਏ ਅਧੀਰਾ, ਲਾਜ ਨੂੰ ਵਿਸਾਰਦੇ ਹੋਏ ਰਣਭੂਮੀ ਨੂੰ ਛੱਡਦੇ ਜਾਂਦੇ ਸਨ। ਹਿਰਣਾਕਸ਼ ਤਬ ਆਪ ਰਿਸਾਨਾ, ਤਦੋਂ ਹਿਰਣਿਕਸ਼ਪ ਨੇ ਆਪ ਕ੍ਰੋਧ ਕੀਤਾ। ਬਾਦ ਚਲਿਓ ਰਣ ਕੋ ਕਰ ਗਾਨਾ, ਅਤੇ ਹੱਥ ਵਿੱਚ ਗਾਨਾ ਬਨ ਕੇ ਯੁੱਧ ਨੂੰ ਚੱਲਿਆ। ਪਰਿਓ ਰੋਸ ਨਰਸਿੰਘ ਸਰੂਪਨ, ਉਸ ਸਮੇਂ ਨਰਸਿੰਘ ਸਰੂਪ ਨੂੰ ਵੀ ਕ੍ਰੋਧ ਆ ਗਿਆ। ਆਵਤ ਦੇਖ ਸਮੂਹੇ ਰਣ ਭੂਪਨ, ਜਦੋਂ ਉਸ ਨੇ ਯੁੱਧ ਭੂਮੀ ਵਿੱਚ ਦੈਂਤ ਰਾਜ ਨੂੰ ਆਉਂਦੇ ਵੇਖਿਆ। ਨਿਜ ਕਾਵਨ ਕੋ ਰੋਸ ਨ ਮਾਨਾ, ਉਸ ਨੇ ਆਪਣੇ ਜ਼ਖਮਾਂ ਲਈ ਕ੍ਰੋਧ ਨਹੀਂ ਕੀਤਾ। ਨਿਰਖ ਸੇਵਕਹਿ ਦੁਖੀ ਰਿਸਾਨਾ, ਪਰ ਸੇਵਕ ਪ੍ਰਹਲਾਦ ਨੂੰ ਦੁਖੀ ਦੇਖ ਕੇ ਕ੍ਰੋਧਵਾਨ ਹੋ ਗਿਆ। ਭੁਜੰਗ ਪ੍ਰਿਆਤ ਛੰਦ।
ਕੰਪਾਈ ਸਟਾ ਸਿੰਘ ਗਰਜਿਓ ਕਰੂਰਨ। ਨਰਸਿੰਘ ਨੇ ਗਰਦਨ ਦੇ ਵਾਲਾਂ ਜਟਾਂ ਨੂੰ ਹਿਲਾਇਆ ਅਤੇ ਡਰਾਉਣੇ ਢੰਗ ਨਾਲ ਗੱਜਿਆ। ਉੱਡਿਓ ਹੇਰ ਬਿਰਾਨ ਕੇ ਮੁਖ ਨੂਰਨ। ਇਹ ਵੇਖ ਕੇ ਸੂਰਵੀਰਾਂ ਦੇ ਮੁਖ ਦਾ ਨੂਰ ਉੱਡ ਗਿਆ। ਉੱਠਿਓ ਨਾਦ ਬੰਕੇ ਛੂਹੀ ਗੈਣ ਰਜਨ। ਉਸ ਭਿਆਨਕ ਨਾਦ ਦੇ ਹੋਣ ਨਾਲ ਧੂੜ ਨੇ ਆਕਾਸ਼ ਢੱਕ ਲਿਆ। ਹਸੇ ਦੇਵ ਸਰ ਬਨ ਪਏ ਦੈਤ ਲਜਨ। ਸਾਰੇ ਦੇਵਤੇ ਹੱਸਣ ਲੱਗੇ ਅਤੇ ਦੈਂਤ ਸ਼ਰਮਿੰਦੇ ਹੋ ਗਏ। ਮਚੀਅਨ ਦੁੰਦ ਜੁਦਨ ਮਚੇ ਦੋਏ ਜੁਆਣਨ। ਦੁਵੰਦ ਯੁੱਧ ਮਚਿਆ ਹੋਇਆ ਸੀ ਅਤੇ ਦੋਵੇਂ ਯੁੱਧ ਵੀਰ ਵੀ ਭੜਕ ਗਏ ਸਨ। ਤੜੰਕਾਰ ਤੇਗ ਕੜਕੇ ਕਮਾਣਨ। ਤੇਗਾਂ ਤੜਕ ਰਹੀਆਂ ਸਨ ਅਤੇ ਕਮਾਨਾਂ ਕੜਕ ਰਹੀਆਂ ਸਨ। ਪਿਰਿਓ ਕੋਪ ਕੈ ਦਾਨਵਨ ਸੁਲਤਾਨਨ। ਦੈਂਤਾਂ ਦਾ ਰਾਜਾ ਕ੍ਰੋਧ ਕਰਕੇ ਲੜਿਆ। ਹੜਨ ਸ੍ਰੋਣ ਚਲੇ ਮਦਨ ਮੁਲਤਾਨਨ। ਅਤੇ ਮੁਲਤਾਨ ਵਿੱਚ ਲਹੂ ਦਾ ਹੜ ਵਗਣ ਲੱਗ ਗਿਆ। ਕੜਕਾਰ ਤੇਗਨ ਤੜਕਾਰ ਤੀਰਨ। ਤੇਗਾਂ ਕੜਕ ਰਹੀਆਂ ਸਨ, ਤੀਰ ਤੜਕ ਰਹੇ ਸਨ। ਪਏ ਟੂਕ ਟੂਕਨ ਰਣਬੀਰ ਤੀਰਨ। ਤੀਰਜਵਾਨ ਯੋਧੇ ਰਣਭੂਮੀ ਵਿੱਚ ਟੋਟੇ ਟੋਟੇ ਹੋ ਗਏ ਸਨ। ਬਜੇ ਸੰਖ ਪੂਰਨ ਸੂਟ ਡੋਲਨ ਡਮੰਕੇ। ਸੰਖ ਤੁਰੀਆਂ ਵੱਜ ਰਹੀਆਂ ਸਨ, ਡੋਲਾਂ ਦਾ ਡਮਕਾਰ ਹੋ ਰਿਹਾ ਸੀ। ਰਣਨ ਕੰਕ ਬੰਕੇ ਡਹੇ ਬੀਰ ਬੰਕੇ। ਭਿਆਨਕ ਕਾ ਬੋਲ ਰਹੇ ਸਨ ਅਤੇ ਵੀਰ ਜੁਟੇ ਹੋਏ ਸਨ। ਭਜੇ ਬਾਜ ਗਾਜੀ ਸਿਪਾਹੀ ਅਨੇਕਨ। ਹਾਥੀਆਂ ਉੱਤੇ ਸਵਾਰ ਗਾਜੀ, ਘੋੜ ਸਵਾਰ ਆਦਿ ਅਨੇਕ ਪ੍ਰਕਾਰ ਦੀ ਸਿਪਾਹੀ ਭੱਜ ਗਏ। ਰਹੇ ਠਾੜ ਭੂਪਾਲ ਆਗੇ ਨਾ ਏਕਨ। ਕੋਈ ਵੀ ਭੂਪਾਲ ਨਰਸਿੰਘ ਦੇ ਸਾਹਮਣੇ ਡਟ ਨਾ ਸਕਿਆ। ਫਿਰਿਓ ਸਿੰਘ ਸੂਰਨ ਸੂ ਕਰੂਰਨ ਕਰਾਲਨ। ਨਰਸਿੰਘ ਸੂਰਵੀਰ ਭਿਆਨਕ ਅਤੇ ਕਠੋਰ ਰੂਪ ਧਾਰੀ ਫਿਰਦੇ ਸਨ। ਕੰਪਾਈ ਸਟਾ ਪੂਛ ਫੇਰੀ ਬਿਸਾਲਨ। ਅਤੇ ਆਪਣੀ ਗਰਦਨ ਦੇ ਵਾਲਾਂ ਨੂੰ ਛੰਡਦਾ ਅਤੇ ਲੰਬੀ ਪੂਛ ਨੂੰ ਘੁਮਾਉਂਦੇ ਸੀ। ਦੋਹਰਾ। ਗਰਜਤ ਰਣ ਨਰਸਿੰਘ ਕੇ ਭਜੇ ਸੂਰ ਅਨੇਕ। ਯੁੱਧ ਭੂਮੀ ਵਿੱਚ ਨਰਸਿੰਘ ਦੇ ਗੱਜਦਿਆਂ ਹੀ ਅਨੇਕਾਂ ਸੂਰਮੇ ਭੱਜ ਗਏ। ਏਕ ਟਿਕਿਓ ਹਿਰਨਾਛ ਤਹ ਅਵਰ ਨਾ ਜੋਧਾ ਏਕ। ਉੱਥੇ ਕੇਵਲ ਇੱਕ ਹਿਰਣਿਕਸ਼ਪ ਟਿਕਿਆ, ਹੋਰ ਕੋਈ ਇੱਕ ਵੀ ਨਾ ਡਟਿਆ। ਚੌਪਈ। ਮੁਸ਼ਟ ਜੁੱਧ ਜੁਟੇ ਪਟ ਦਊ। ਦੋਵਾਂ ਮਹਾਨ ਯੋਧੇ ਮੁੱਕਿਆਂ ਦੀ ਲੜਾਈ ਵਿੱਚ ਜੁਟ ਗਏ। ਤੀਸਰ ਤਾਹ ਨਾ ਪੇਖੀਅਤ ਕੋ। ਤੀਜਾ ਉੱਥੇ ਕੋਈ ਨਜ਼ਰ ਨਹੀਂ ਆਉਂਦਾ ਸੀ। ਪਏ ਦੁਹਨ ਕੇ ਰਾਤੇ ਨੈਣਾ। ਦੋਹਾਂ ਦੀਆਂ ਅੱਖਾਂ ਲਾਲ ਹੋ ਗਈਆਂ। ਦੇਖਤ ਦੇਵ ਤਮਾਸੇ ਕਹਿਣਾ। ਦੇਵਤੇ ਆਕਾਸ਼ ਵਿੱਚ ਤਮਾਸ਼ਾ ਦੇਖ ਰਹੇ ਸਨ। ਅਸ਼ਟ ਦਿਵਸ ਅਸ਼ਟੇ ਨਿਸ ਜੁਦਾ। 8 ਦਿਨ ਅਤੇ 8 ਰਾਤਾਂ ਦੋਹਾਂ ਯੋਧਿਆਂ ਨੇ ਕੀਨੋ ਦੁਹਨ ਪਟਨ ਮਿਲ ਕ੍ਰੋਧਾ। ਕ੍ਰੋਧ ਸਹਿਤ ਆਪਸ ਵਿੱਚ ਯੁੱਧ ਕੀਤਾ। ਬਹੁਰੋ ਅਸੁਰ ਕਿਛ ਕੁ ਮੁਰਝਾਨਾ। ਫਿਰ ਦੈਂਤ ਕੁਛ ਕੁ ਮੁਰਝਾ ਗਏ। ਫਿਰ ਦੈਂਤ ਕੁਛ ਕੁ ਮੁਰਝਾ ਗਿਆ। ਗਿਰਿਓ ਭੂਮ ਜਨ ਬ੍ਰਿਛ ਪੁਰਾਣਾ। ਅਤੇ ਧਰਤੀ ਉੱਤੇ ਇੰਜ ਡਿੱਗ ਪਿਆ ਮਾਨੋ ਪੁਰਾਣਾ ਬ੍ਰਿਛ ਟਰੀ ਹੋਵੇ। ਸੀਚ ਬਾਰ ਪੁਨ ਤਾਹੀਂ ਜਗਾਇਓ। ਫਿਰ ਨਰਸਿੰਘ ਨੇ
ਪਾਣੀ ਬਾਹਰ ਛਿੜਕ ਕੇ ਉਸ ਨੂੰ ਸੁਚੇਤ ਕੀਤਾ। ਜਗੋ ਮੁਰਛਨਾ ਪੁਨ ਜੀਅ ਆਇਓ। ਜਦੋਂ ਉਹ ਮੁਰਛਨਾ ਤੋਂ ਉੱਠਿਆ ਤਾਂ ਉਸ ਨੂੰ ਹਿੰਮਤ ਬਚੀ। ਬਹੁਰੋ ਭਿਰੇ ਸੂਰ ਦੋਈ ਕ੍ਰੋਧਾ। ਫਿਰ ਦੋਵੇਂ ਸੂਰਵੀਰ ਕ੍ਰੋਧ ਸਹਿਤ ਲੜਨ ਲੱਗੇ। ਮੰਡਿਓ ਬਹੁਰ ਆਪ ਮਹਿ ਜੁਦਾ। ਅਤੇ ਫਿਰ ਆਪਸ ਵਿੱਚ ਯੁੱਧ ਸ਼ੁਰੂ ਕਰ ਦਿੱਤਾ। ਭੁਜੰਗ ਪ੍ਰਿਆਤ ਛੰਦ। ਹਲਾ ਚਾਲ ਕਹਿ ਕੇ ਪੁਨਰ ਬੀਰ ਡੁਕੇ। ਲਲਕਾਰੇ ਮਾਰ ਕੇ ਫਿਰ ਦੋਵੇਂ ਯੁੱਧ ਵੀਰ ਇੱਕ ਦੂਜੇ ਦੇ ਨੇੜੇ ਡੁਕੇ। ਮਚਿਓ ਜੁੱਧ ਜਿਉ ਕਰਨ ਸੰਗਨ ਕੜੂਕੇ। ਦੋਹਾਂ ਵਿੱਚ ਅਜਿਹਾ ਯੁੱਧ ਮਚਿਆ ਜਿਵੇਂ ਮਹਾਭਾਰਤ ਦੀ ਲੜਾਈ ਵਿੱਚ ਕਰਨ ਦਾ ਕੜੂਕੇ ਭੀਮ ਦਾ ਹਿਡੰਬੀ ਦੀ ਕੁੱਖੋਂ ਪੈਦਾ ਹੋਇਆ ਪੁੱਤਰ ਘਟੋਤਕਚ ਨਾਲ ਹੋਇਆ ਸੀ। ਜਿਵੇਂ ਕਰਨ ਦਾ ਯੁੱਧ ਘਟੋਤਕਚ ਦੇ ਨਾਲ ਹੋਇਆ ਸੀ। ਨਖਨ ਪਾਤ ਦੋਊ ਕਰੇ ਦੈਂਤ ਕਾਤਨ। ਨਰਸਿੰਘ ਨੇ ਦੋਹਾਂ ਹੱਥਾਂ ਦੇ ਨਹੁੰਆਂ ਨਾਲ ਦੈਂਤ ਨੂੰ ਜ਼ਖਮੀ ਕਰ ਦਿੱਤਾ। ਮਨੋ ਗੱਜ ਜੁਟੇ ਬਨਨ ਮਸਤ ਮਾਤਨ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਨ ਵਿੱਚ ਦੋ ਮਦਮਾਤੇ ਹਾਥੀ ਆਪਸ ਵਿੱਚ ਜੂਝ ਰਹੇ ਹੋਣ। ਪੁਨਰ ਨਰਸਿੰਘ ਤਰਾ ਤਾਹ ਮਾਰਿਓ। ਫਿਰ ਨਰਸਿੰਘ ਅਵਤਾਰ ਨੇ ਦੈਂਤ ਨੂੰ ਧਰਤੀ ਉੱਤੇ ਪਟਕ ਦਿੱਤਾ। ਪੁਰਾਣੋ ਪਲਾਸੀ ਮਨੋ ਬਾਏ ਡਾਰਿਓ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਡਕ ਦੇ ਪੁਰਾਣੇ ਬ੍ਰਿਛ ਨੂੰ ਹਵਾ ਨੇ ਧਰਤੀ ਉੱਤੇ ਸੁੱਟ ਦਿੱਤਾ ਹੋਵੇ। ਹਨਿਓ ਦੇਖ ਦੁਸ਼ਟਨ ਪਈ ਪੋਹਪ ਬਰਖਨ। ਦੁਸ਼ਟ ਨੂੰ ਮਾਰਿਆ ਗਿਆ ਵੇਖ ਕੇ ਆਕਾਸ਼ ਤੋਂ ਫੁੱਲਾਂ ਦੀ ਬਰਖਾ ਹੋਈ। ਕੀਏ ਦੇਵਤਿਓਂ ਆਨ ਕੇ ਜੀਤ ਕਰਖਨ। ਦੇਵਤਿਆਂ ਨੇ ਆ ਕੇ ਜਿੱਤ ਦੀ ਖੁਸ਼ੀ ਦੇ ਗੀਤ ਗਾਏ। ਪਾਥਰੀ ਛੰਦ। ਕੀਨੋ ਨਰਸਿੰਘ ਦੁਸ਼ਟਨ ਸੰਘਾਰ। ਨਰਸਿੰਘ ਨੇ ਦੁਸ਼ਟ ਦੈਂਤ ਦਾ ਸੰਘਾਰ ਕੀਤਾ। ਤਰਿਓ ਸਹੁ ਬਿਸਨ ਸਪਤਮ ਅਵਤਾਰ। ਇਸ ਤਰ੍ਹਾਂ ਵਿਸ਼ਨੂੰ ਨੇ 7ਵਾਂ ਅਵਤਾਰ ਧਾਰਨ ਕੀਤਾ। ਲਿਨੋ ਸੁ ਭਗਤ ਆਪਣੋ ਛਿਨਾਏ। ਉਸ ਨੇ ਆਪਣੇ ਭਗਤ ਨੂੰ ਵੈਰੀ ਦੇ ਹੱਥੋਂ ਖੋਹ ਲਿਆ। ਸਭ ਸਿਸ਼ਟ ਧਰਮ ਕਰਮਨ ਚਲਾਏ। ਅਤੇ ਸਾਰੀ ਸ੍ਰਿਸ਼ਟੀ ਵਿੱਚ ਧਰਮ ਕਰਮ ਦੀ ਵਿਵਸਥਾ ਕੀਤੀ। ਪ੍ਰਹਲਾਦ ਕਰਿਓ ਨ੍ਰਿਪ ਛਤਰ ਫੇਰ। ਨਰਸਿੰਘ ਨੇ ਪ੍ਰਹਲਾਦ ਨੂੰ ਰਾਜਾ ਬਣਾਇਆ ਅਤੇ ਉਸ ਦੇ ਸਿਰ ਉੱਤੇ ਛਤਰ ਫਿਰਾਇਆ। ਦੀਨੋ ਸੰਘਾਰ ਸਭ ਇਮ ਅੰਧੇਰ। ਇਸ ਤਰ੍ਹਾਂ ਪਾਪਾਂ ਦਾ ਸਾਰਾ ਅੰਧਕਾਰ ਖਤਮ ਕਰ ਦਿੱਤਾ। ਸਭ ਦੁਸ਼ਟ ਅਰੀਸਟ ਦਿਨੇ ਖਪਾਏ। ਸਾਰੇ ਦੁਸ਼ਟ ਅਤੇ ਵਿਘਨਕਾਰੀ ਸ਼ਕਤੀਆਂ ਨਸ਼ਟ ਕਰ ਦਿੱਤੀਆਂ। ਪੁੰਨ ਲਏ ਜੋਤੀ ਜੋਤ ਸਮਾ ਮਿਲਾਏ। ਪੁੰਨ ਲਏ ਜੋਤੀ ਜੋਤ ਮਿਲਾਏ ਅਤੇ ਫਿਰ ਆਪਣੀ ਜੋਤ ਬ੍ਰਹਮ ਜੋਤੀ ਵਿੱਚ ਮਿਲਾ ਦਿੱਤੀ। ਸਭ ਦੁਸ਼ਟ ਮਾਰ ਕੀਨੇ ਅਪੇਖ। ਨਰਸਿੰਘ ਨੇ ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬੇਹਾਲ ਕਰ ਦਿੱਤਾ। ਪੁੰਨ ਮਿਲਿਓ ਜਾਏ ਪੀਤਰ ਅਲੇਖ ਅਤੇ ਫਿਰ ਅਲੇਖ ਪਰਮ ਸੱਤਾ ਵਿੱਚ ਮਿਲ ਗਏ। ਕਬ ਜਥਾਮਤ ਕਥਿਓ ਵਿਚਾਰ। ਕਵੀ ਨੇ ਆਪਣੀ ਬੁੱਧੀ ਅਨੁਸਾਰ ਵਿਚਾਰ ਪੂਰਵਕ ਕਥਨ ਕੀਤਾ ਹੈ। ਇਮ ਤਰਿਓ ਬਿਸਨ ਸਪਤਮ ਅਵਤਾਰ। ਇਸ ਤਰ੍ਹਾਂ ਵਿਸ਼ਨੂੰ ਨੇ 7ਵਾਂ ਅਵਤਾਰ ਧਾਰਨ ਕੀਤਾ ਸੀ।
इथ श्री बचित्र नाटक ग्रंथे नरसिंह सप्तमो अवतार समातम सत शुभम सत। इथ श्री बचित्र नाटक ग्रंथे नरसिंह सप्तमो अवतार समातम सत शुभम सत। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦਾ ਨਰਸਿੰਘ ਸੱਤਵਾਂ ਅਵਤਾਰ ਪ੍ਰਸੰਗ ਸਮਾਪਤ, ਸਭ ਸ਼ੁਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।